ਇਸ ਵੀਡੀਓ ਵਿੱਚ ਅਸੀਂ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਗੁਰਬਾਣੀ ਦੇ ਨਿਤਨੇਮ ਨਾਲ ਸੰਬੰਧਿਤ 15 ਸਵਾਲਾਂ ਤੇ ਆਪਣੇ ਵਿਚਾਰ ਪੇਸ਼ ਕਰਾਂਗੇ ਜੀ। ਜੇਕਰ ਨਿਤਨੇਮ ਸਵੇਰੇ ਹੋਣ ਤੋਂ ਰਹਿ ਜਾਵੇ ਤਾਂ ਬਾਅਦ ਵਿੱਚ ਕਰ ਸਕਦੇ ਹਾਂ। ਕੀ ਸਵੇਰ ਦਾ ਨਿਤਨੇਮ ਕੀਤੇ ਬਗੈਰ ਪ੍ਰਸ਼ਾਦਾ ਭੋਜਨ ਛਕਿਆ ਜਾ ਸਕਦਾ ਹੈ? ਨਿਤਨੇਮ ਕਰਦੇ ਹੋਏ ਗੱਲਾਂ ਕਰ ਸਕਦੇ ਹਾਂ ਕਿ ਨਹੀਂ? ਨਿਤਨੇਮ ਟੇਪ ਜਾਂ ਰਿਕਾਰਡਿੰਗ ਲਾ ਕੇ ਸੁਣ ਸਕਦੇ ਹਾਂ ਕਿ ਨਹੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਵਿੱਚ ਅਸੀਂ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਗੁਰਬਾਣੀ ਦੇ ਨਿਤਨੇਮ ਨਾਲ ਸੰਬੰਧਿਤ 15 ਸਵਾਲਾਂ ਤੇ ਆਪਣੇ ਵਿਚਾਰ ਪੇਸ਼ ਕਰਾਂਗੇ ਜੀ। ਅੰਮ੍ਰਿਤਧਾਰੀ ਗੁਰਸਿੱਖਾਂ ਦੇ ਗੁਰਬਾਣੀ ਦੇ ਨਿਤਨੇਮ ਦਾ ਵੇਰਵਾ ਇਸ ਪ੍ਰਕਾਰ ਹੈ ਜੀ। ਅੰਮ੍ਰਿਤ ਵੇਲੇ ਦਾ ਨਿਤਨੇਮ: ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤਵ ਪ੍ਰਸਾਦ ਸਵਈਏ, ਸ੍ਰੀ ਬੇਨਤੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ ਅਤੇ ਸੰਪੂਰਨ ਅਰਦਾਸ। ਸ਼ਾਮ ਅਤੇ ਰਾਤ ਦਾ ਨਿਤਨੇਮ: ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਅਤੇ ਸੰਪੂਰਨ ਅਰਦਾਸ। ਰਾਤ ਨੂੰ ਸੌਣ ਤੋਂ ਪਹਿਲਾਂ ਸ੍ਰੀ ਸੋਹਿਲਾ ਸਾਹਿਬ, ਜਿਹਨੂੰ ਕੀਰਤਨ ਸੋਹਿਲਾ ਵੀ ਕਹਿੰਦੇ ਨੇ। ਨਿਤਨੇਮ ਬਾਰੇ ਕੁਝ ਸਵਾਲ ਅਤੇ ਉਹਨਾਂ ਦੇ ਜਵਾਬ। ਸਵੇਰ ਦਾ ਨਿਤਨੇਮ ਕਿੰਨੇ ਵਜੇ ਉੱਠ ਕੇ ਕਰਨਾ ਚਾਹੀਦਾ ਹੈ? ਅੰਮ੍ਰਿਤ ਵੇਲੇ ਦਾ ਇਸ਼ਨਾਨ 2:30 ਵਜੇ ਜਾਂ ਇਸ ਤੋਂ ਪਹਿਲਾਂ ਕਰਨਾ ਸਿੱਖ ਵਾਸਤੇ ਲਾਜ਼ਮੀ ਹੈ, ਕਿਉਂਕਿ ਅੰਮ੍ਰਿਤ ਵੇਲਾ ਪੂਰਾ ਨਿਭਾਉਣਾ ਜ਼ਰੂਰੀ ਹੈ। ਪੁਰਾਤਨ ਰਵਾਇਤ ਅਨੁਸਾਰ ਅਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਲਿਖਤ ਮੁਤਾਬਕ ਅੰਮ੍ਰਿਤ ਵੇਲਾ ਆਮ ਤੌਰ ਤੇ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਲਾਂ ਸ਼ੁਰੂ ਹੁੰਦਾ ਹੈ। ਇੱਕ ਪਹਿਰ 3 ਘੰਟੇ ਦਾ ਹੁੰਦਾ ਹੈ ਅਤੇ ਸਵਾ ਪਹਿਰ 3 ਘੰਟੇ ਅਤੇ 45 ਮਿੰਟ ਦਾ ਬਣਦਾ। ਸੂਰਜ ਚੜ੍ਹਨ ਦਾ ਸਮਾਂ ਤਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ, ਸੋ ਜੇਕਰ 6 ਵਜੇ ਦੇ ਸਮੇਂ ਨੂੰ ਐਵਰੇਜ ਸਮਝ ਲਿਆ ਜਾਵੇ ਤਾਂ ਲੇਟ ਤੋਂ ਲੇਟ 2:30 ਵਜੇ ਤੱਕ ਉੱਠਣਾ ਲਾਜ਼ਮੀ ਹੈ। ਪ੍ਰਭੂ ਪ੍ਰਾਪਤੀ ਲਈ ਸੰਜੀਦਾ ਗੁਰਸਿੱਖ ਜ਼ਰੂਰ ਹੀ 2:30 ਵਜੇ ਤੱਕ ਉੱਠ ਜਾਂਦੇ ਨੇ ਅਤੇ ਜੰਗਲ ਪਾਣੀ ਆਦਿ ਕਰਕੇ ਇਸ਼ਨਾਨੇ ਸੋਧ ਲੈਂਦੇ ਨੇ। ਕੀ ਇਸ਼ਨਾਨ ਕਰਦੇ ਹੋਏ ਜਾਂ ਇਸ਼ਨਾਨ ਤੋਂ ਪਹਿਲਾਂ ਨਿਤਨੇਮ ਕਰ ਸਕਦੇ ਹਾਂ ਕਿ ਇਸ਼ਨਾਨ ਕਰਨ ਤੋਂ ਬਾਅਦ ਹੀ ਨਿਤਨੇਮ ਕਰਨਾ ਚਾਹੀਦਾ ਹੈ? ਸਵੇਰ ਦਾ ਨਿਤਨੇਮ ਇਸ਼ਨਾਨ ਕਰਕੇ ਫੇਰ ਹੀ ਕਰਨਾ ਚਾਹੀਦਾ ਹੈ। ਇਸ਼ਨਾਨ ਕਰਦੇ ਹੋਏ ਹੋਰ ਬਾਣੀ ਦਾ ਪਾਠ ਜਾਂ ਨਿਤਨੇਮ ਤੋਂ ਵਾਧੂ ਪਾਠ ਤਾਂ ਕਰ ਸਕਦੇ ਹਾਂ, ਪਰ ਨਿਤਨੇਮ ਇਸ਼ਨਾਨ ਕਰਨ ਤੋਂ ਬਾਅਦ ਹੀ ਆਰੰਭ ਕਰਨਾ ਚਾਹੀਦਾ ਹੈ। ਇਸ ਬਾਰੇ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿੱਚੋਂ ਹੁਕਮ ਹੈ: ਕਰ ਇਸ਼ਨਾਨ ਪੜੇ ਜਪ ਜਾਪ, ਭਾਵ ਇਸ਼ਨਾਨ ਕਰਕੇ ਫੇਰ ਹੀ ਨਿਤਨੇਮ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਨਿਤਨੇਮ ਨਾਮ ਅਭਿਆਸ ਤੋਂ ਬਾਅਦ ਕਰਨਾ ਹੈ ਕਿ ਪਹਿਲਾਂ? ਗੁਰਬਾਣੀ ਵਿੱਚ ਸਿੱਖ ਦੀ ਅੰਮ੍ਰਿਤ ਵੇਲੇ ਦੀ ਕਿਰਿਆ ਬਾਰੇ ਇਹ ਸ਼ਲੋਕ ਦਰਜ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਾਂ ਨਾਮ ਜਪਾਵੈ। ਇਸ ਸ਼ਬਦ ਦੀ ਚੌਥੀ ਪੰਕਤੀ ਦਾ ਹਵਾਲਾ ਦੇ ਕੇ ਕਈ ਗੁਰਸਿੱਖ ਦਾਅਵਾ ਕਰਦੇ ਨੇ ਕਿ ਦੇਖੋ, ਗੁਰੂ ਜੀ ਨੇ ਨਿਤਨੇਮ ਕਰਨ ਦਾ ਹੁਕਮ ਚੜ੍ਹੈ ਦਿਵਸ ਕਿਹਾ ਹੈ, ਭਾਵ ਦਿਨ ਚੜ੍ਹਦੇ ਨੂੰ ਨਿਤਨੇਮ ਕਰਨਾ ਚਾਹੀਦਾ ਹੈ। ਸਾਡਾ ਵਿਚਾਰ ਹੈ ਕਿ ਇਹ ਪੰਕਤੀ ਸੰਗਤ ਵਿੱਚ ਜਾ ਕੇ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਆਦਿ ਕਰਨ ਬਾਰੇ ਹੁਕਮ ਦਿੰਦੀ ਹੈ। ਇਸ ਬਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਬਹੁਤ ਯੋਗ ਅਗਵਾਈ ਇਸ ਪ੍ਰਕਾਰ ਦਿੱਤੀ ਹੈ: ਉਦਮ ਕਰਕੇ ਵੱਡੇ ਤੜਕੇ ਉੱਠ ਕੇ ਸਾਵਧਾਨ ਹੋਵੇ ਅਤੇ ਇਸ਼ਨਾਨ ਕਰੇ, ਅਤੇ ਇਸ਼ਨਾਨ ਸਮੇਂ ਅੰਮ੍ਰਿਤ ਬਾਣੀ ਦਾ ਪਾਠ ਕਰਦਾ ਹੋਇਆ ਅੰਮ੍ਰਿਤ ਸਰੋਵਰ ਦਾ ਮੱਜਣ ਕਰਨਹਾਰਾ ਬਣੇ। ਫਿਰ ਗੁਰੂ ਉਪਦੇਸ਼ੀ ਨਿਤਨੇਮ ਬਾਣੀ ਦਾ ਪਾਠ ਕਰਦਾ ਹੋਇਆ ਗੁਰਮਤਿ ਨਾਮ ਦਾ ਜਾਪ ਕਰੇ, ਜਿਸ ਦੇ ਕਰਨ ਕਰਕੇ ਕਮਾਤੇ ਪਾਪ ਦੋਖ ਸਭ ਲੈ ਜਾਂਦੇ ਹਨ। ਫਿਰ ਦਿਨ ਚੜ੍ਹੇ ਸੂਰਜ ਉਦੇ ਹੋਣ ਸਾਰ, ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ। ਗੁਰਵਾਕ ਦੇ ਭਾਵ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦਾ ਹੋਇਆ ਮਧੁਰ ਸੁਰ ਨਾਲ ਗੁਰਬਾਣੀ ਦਾ ਕੀਰਤਨ ਪਾਠ ਕਰੇ। ਫਿਰ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸਾਸ ਗਰਾਸ ਨਾਮ ਅਭਿਆਸ ਵਿੱਚ ਹਰ ਦਮ ਜੁਟਿਆ ਰਹੇ।
ਸੋ ਇਸ਼ਨਾਨ ਕਰਕੇ ਨਾਲ ਹੀ ਨਿਤਨੇਮ ਸ਼ੁਰੂ ਕਰ ਲੈਣਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਨਾਮ ਅਭਿਆਸ ਕਰੀ ਜਾਵੇ। ਕਈ ਸੱਜਣ ਪਹਿਲਾਂ ਨਾਮ ਜਪਦੇ ਹਨ ਅਤੇ ਫਿਰ ਨਿਤਨੇਮ ਕਰਦੇ ਹਨ, ਪਰ ਜਿਵੇਂ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਦੱਸਿਆ ਹੈ, ਬਿਹਤਰ ਗੱਲ ਇਹ ਹੈ ਕਿ ਨਿਤਨੇਮ ਪਹਿਲਾਂ ਧਿਆਨ ਲਾ ਕੇ ਕਰ ਲਿਆ ਜਾਵੇ ਅਤੇ ਫਿਰ ਨਾਮ ਗੁਰਮੰਤਰ ਦਾ ਜਾਪ ਨਿਸ਼ਚਿੰਤ ਹੋ ਕੇ ਕੀਤਾ ਜਾਵੇ। ਇਸ ਬਾਰੇ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਬਹੁਤ ਸਪਸ਼ਟ ਹੁਕਮ ਦਿੰਦਾ ਹੈ ਕਿ ਕਰ ਇਸ਼ਨਾਨ ਪੜੇ ਜਪ ਜਾਪ, ਭਾਵ ਸਿੱਖ ਇਸ਼ਨਾਨ ਕਰਕੇ ਨਿਤਨੇਮ ਕਰੇ। ਇੱਕ ਹੋਰ ਨੁਕਤਾ ਇਸ ਬਾਰੇ ਇਹ ਹੈ ਕਿ ਜਦੋਂ ਤੱਕ ਗੁਰਬਾਣੀ ਦਾ ਨਿਤਨੇਮ ਨਾ ਹੋ ਜਾਵੇ, ਉਦੋਂ ਤੱਕ ਇੱਕ ਫਿਕਰ ਰੂਪ ਫੁਰਨਾ ਜਿਹਾ ਬਣਿਆ ਰਹਿੰਦਾ ਹੈ ਕਿ ਹਾਲੇ ਨਿਤਨੇਮ ਰਹਿੰਦਾ ਹੈ, ਜੋ ਕਿ ਨਾਮ ਅਭਿਆਸ ਵਿੱਚ ਕਈ ਵਾਰੀ ਵਿਘਨਕਾਰੀ ਸਾਬਤ ਹੁੰਦਾ ਹੈ। ਇਸ ਕਰਕੇ ਉੱਤਮ ਗੱਲ ਤਾਂ ਇਹੋ ਹੀ ਹੈ ਕਿ ਗੁਰਮਤ ਇਸ਼ਨਾਨਾ ਸੋਧ ਕੇ ਪਹਿਲਾਂ ਨਿਤਨੇਮ ਦੀਆਂ 5 ਬਾਣੀਆਂ ਕਰ ਲਈਆਂ ਜਾਣ ਅਤੇ ਫਿਰ ਹੀ ਨਾਮ ਸਿਮਰਨ ਕੀਤਾ ਜਾਵੇ। ਜੋ ਸੁਰਤੀ ਕਰਕੇ ਬਲਵਾਨ ਗੁਰਮੁਖ ਹਨ, ਉਹ ਨਿਤਨੇਮ ਕਰਦੇ ਹੋਏ ਨਾਲ ਦੀ ਨਾਲ ਨਾਮ ਸਿਮਰਨ ਵੀ ਕਰੀ ਜਾਣ ਤਾਂ ਇਸ ਤਰ੍ਹਾਂ ਕਰਨ ਦੀ ਮਹਿਮਾ ਕਥਨ ਨਹੀਂ ਹੋ ਸਕਦੀ। ਸ਼ਾਮ ਦੇ ਨਿਤਨੇਮ ਸ੍ਰੀ ਰਹਿਰਾਸ ਸਾਹਿਬ ਦਾ ਸਮਾਂ ਕੀ ਹੈ? ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਸਮੇਂ ਸਿਰ ਕਰਨਾ ਚਾਹੀਦਾ ਹੈ। ਸਭ ਤੋਂ ਉੱਤਮ ਸਮਾਂ ਸ੍ਰੀ ਰਹਿਰਾਸ ਸਾਹਿਬ ਦਾ ਐਨ ਸੂਰਜ ਦੇ ਡੁੱਬਣ ਸਮੇਂ ਦਾ ਹੈ, ਪਰ ਸੂਰਜ ਦੇ ਡੁੱਬਣ ਦਾ ਸਮਾਂ ਸਾਰਾ ਸਾਲ ਬਦਲਦਾ ਰਹਿੰਦਾ ਹੈ। ਇਸ ਕਰਕੇ ਆਮ ਤੌਰ ਤੇ 5:30 ਵਜੇ ਤੋਂ ਲੈ ਕੇ 7 ਵਜੇ ਤੱਕ ਦੇ ਵਿੱਚ ਹੀ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਲੈਣਾ ਚਾਹੀਦਾ ਹੈ। ਜੇਕਰ ਸ਼ਾਮ ਦਾ ਪਾਠ ਲੇਟ ਹੋ ਜਾਵੇ ਤਾਂ ਪਾਠ ਕਰਕੇ ਅਰਦਾਸ ਵਿੱਚ ਗੁਰੂ ਸਾਹਿਬ ਪਾਸੋਂ ਦੇਰੀ ਲਈ ਖਿਮਾ ਮੰਗ ਲੈਣੀ ਚਾਹੀਦੀ ਹੈ। ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ? ਅਰਦਾਸ ਨਿਤਨੇਮ ਦਾ ਹਿੱਸਾ ਹੈ ਅਤੇ ਅਰਦਾਸ ਕਰਨ ਨਾਲ ਹੀ ਨਿਤਨੇਮ ਪ੍ਰਵਾਨ ਹੁੰਦਾ ਹੈ। ਸਵੇਰ ਦੇ ਅਤੇ ਸ਼ਾਮ ਦੇ ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ। ਦੋਨੋਂ ਵਕਤ ਹੀ ਸੰਪੂਰਨ ਪੰਥਕ ਅਰਦਾਸ ਕਰਨੀ ਚਾਹੀਦੀ ਹੈ, ਨਾ ਕਿ ਕੇਵਲ 10 ਗੁਰੂ ਸਾਹਿਬਾਨ ਤੱਕ। ਕੇਸਾਂ ਵਿੱਚ ਕੰਘਾ ਕਿੰਨੀ ਵਾਰੀ ਕਰਨਾ ਲਾਜ਼ਮੀ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ? ਸਵੇਰ ਅਤੇ ਸ਼ਾਮ ਦੇ ਨਿਤਨੇਮ ਦੀ ਅਰਦਾਸ ਤੋਂ ਪਹਿਲਾਂ ਕੇਸਾਂ ਵਿੱਚ ਕੰਘਾ ਕਰਨਾ ਲਾਜ਼ਮੀ ਹੈ। ਦੋਨੋਂ ਵਕਤ ਕੰਘਾ ਕਰਨਾ ਸਿੱਖ ਦੀ ਰਹਿਤ ਦਾ ਲਾਜ਼ਮੀ ਹਿੱਸਾ ਹੈ ਅਤੇ ਕੰਘਾ ਦੋਨੋਂ ਵਕਤ ਦੀ ਅਰਦਾਸ ਤੋਂ ਪਹਿਲਾਂ ਕਰਨਾ ਜ਼ਰੂਰੀ ਹੈ। 2 ਵਕਤ ਕੰਘਾ ਕਰਨ ਬਾਰੇ ਰਹਿਤਨਾਮੇ ਦਾ ਹੁਕਮ ਇਸ ਪ੍ਰਕਾਰ ਹੈ। ਕੰਘਾ ਦੋਨੋਂ ਵਕਤ ਕਰ, ਭਾਗ ਚੁਣੇ ਕਰ ਬਾਂਧਈ। ਕੀ ਸ਼ਾਮ ਦੇ ਨਿਤਨੇਮ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿ ਨਹੀਂ? ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਕਰਨ ਤੋਂ ਪਹਿਲਾਂ ਸੰਪੂਰਨ ਇਸ਼ਨਾਨ ਕਰਨਾ ਲਾਜ਼ਮੀ ਨਹੀਂ ਹੈ ਅਤੇ ਕੇਵਲ 5 ਇਸ਼ਨਾਨਾ ਕੀਤਾ ਜਾ ਸਕਦਾ ਹੈ। 5 ਇਸ਼ਨਾਨੇ ਦਾ ਅਰਥ ਹੈ ਮੂੰਹ, 2 ਹੱਥ ਅਤੇ 2 ਪੈਰ ਧੋਣੇ। ਜੇਕਰ ਬਾਹਰ ਸਫ਼ਰ ਕਰ ਰਹੇ ਹੋਈਏ ਜਿੱਥੇ 5 ਇਸ਼ਨਾਨਾ ਵੀ ਮੁਮਕਿਨ ਨਾ ਹੋਵੇ ਤਾਂ 5 ਇਸ਼ਨਾਨੇ ਤੋਂ ਬਗੈਰ ਵੀ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾ ਸਕਦਾ ਹੈ। ਕੀ ਸ੍ਰੀ ਸੋਹਿਲਾ ਸਾਹਿਬ ਕਰਨ ਤੋਂ ਬਾਅਦ ਸੰਪੂਰਨ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ? ਸ੍ਰੀ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਪੂਰੀ ਅਰਦਾਸ ਕਰਨ ਦੀ ਲੋੜ ਨਹੀਂ ਹੁੰਦੀ। ਮੰਜੇ ਤੇ ਬੈਠੇ ਹੀ ਭੁੱਲਾਂ ਦੀ ਮਾਫੀ ਲਈ ਅਤੇ ਪਾਠ ਦੀ ਪ੍ਰਵਾਨਗੀ ਲਈ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ। ਜੇਕਰ ਨਿਤਨੇਮ ਸਵੇਰੇ ਹੋਣ ਤੋਂ ਰਹਿ ਜਾਵੇ ਤਾਂ ਬਾਅਦ ਵਿੱਚ ਕਰ ਸਕਦੇ ਹਾਂ ਕਿ ਨਹੀਂ? ਅਵਲ ਤਾਂ ਗੁਰੂ ਸਾਹਿਬ ਜੀ ਦੀ ਭੈ ਭਾਵਨੀ ਵਾਲੇ ਗੁਰਮੁਖਾਂ ਦਾ ਕਦੇ ਵੀ ਅੰਮ੍ਰਿਤ ਵੇਲਾ ਨਹੀਂ ਖੁੰਝਦਾ, ਪਰ ਜੇਕਰ ਕਿਸੇ ਸਿੱਖ ਦਾ ਅੰਮ੍ਰਿਤ ਵੇਲਾ ਖੁੰਝ ਜਾਵੇ ਤਾਂ ਫਿਰ ਸਭ ਤੋਂ ਪਹਿਲਾਂ ਗੁਰਮਤਿ ਇਸ਼ਨਾਨ ਅਤੇ ਨਿਤਨੇਮ ਕਰਨਾ ਚਾਹੀਦਾ ਹੈ ਅਤੇ ਫਿਰ ਹੀ ਕੁਝ ਹੋਰ ਕਰਨਾ ਚਾਹੀਦਾ ਹੈ। ਜੋ ਲੋਕ ਲੇਟ ਹੋਣ ਦੀ ਸੂਰਤ ਵਿੱਚ ਨਿਤਨੇਮ ਛੱਡ ਹੀ ਦਿੰਦੇ ਹਨ ਅਤੇ ਕੰਮ ਤੇ ਚਲੇ ਜਾਂਦੇ ਹਨ, ਉਹ ਤਾਂ ਬਹੁਤ ਵੱਡੀ ਭੁੱਲ ਕਰਦੇ ਨੇ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਗੁਰੂ ਸਾਹਿਬ ਤੋਂ ਬੇਮੁਖ ਹੋ ਜਾਂਦੇ ਹਨ। ਜੇਕਰ ਕਿਸੇ ਕਾਰਨ ਕੋਈ ਗੁਰਸਿੱਖ ਸਵੇਰੇ ਲੇਟ ਉੱਠਿਆ ਹੋਵੇ ਤਾਂ ਉਸ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਨਿਤਨੇਮ ਛੱਡ ਦੇਵੇ ਅਤੇ ਕੰਮ ਤੇ ਚਲਿਆ ਜਾਵੇ। ਨਿਤਨੇਮ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਹੋ ਸਕਦਾ, ਸੋ ਨਿਤਨੇਮ ਕਰਕੇ ਹੀ ਕੁਝ ਛਕਣਾ ਚਾਹੀਦਾ ਹੈ ਅਤੇ ਫਿਰ ਹੀ ਕੰਮਾਂ ਤੇ ਜਾਣਾ ਚਾਹੀਦਾ ਹੈ। ਜੋ ਲੋਕ ਨਿਤਨੇਮ ਵਿੱਚ ਢਿੱਲ ਕਰਦੇ ਨੇ ਉਹ ਤਿਆਰ ਵਰ ਤਿਆਰ ਨਹੀਂ ਕਹਾ ਸਕਦੇ। ਅਜਿਹੇ ਅਭਾਗੇ ਲੋਕ ਗੁਰੂ ਸਾਹਿਬ ਜੀ ਦੀ ਖੁਸ਼ੀ ਦੇ ਪਾਤਰ ਨਹੀਂ ਰਹਿੰਦੇ ਅਤੇ ਆਪਣਾ ਜਨਮ ਖਰਾਬ ਕਰ ਲੈਂਦੇ ਹਨ। ਕੀ ਸਵੇਰ ਦਾ ਨਿਤਨੇਮ ਕੀਤੇ ਬਗੈਰ ਪ੍ਰਸ਼ਾਦਾ ਭੋਜਨ ਛਕਿਆ ਜਾ ਸਕਦਾ ਹੈ ਕਿ ਨਹੀਂ? ਇਤਿਹਾਸਿਕ ਤੌਰ ਤੇ ਰਹਿਤਨਾਮਿਆਂ ਵਿੱਚ ਜ਼ਿਕਰ ਮਿਲਦਾ ਹੈ ਕਿ ਸਵੇਰ ਦਾ ਨਿਤਨੇਮ ਕਰਨ ਤੋਂ ਬਿਨਾਂ ਕੁਝ ਛਕਣਾ ਨਹੀਂ ਚਾਹੀਦਾ, ਜੈਸਾ ਕਿ ਰਹਿਤਨਾਮੇ ਦਾ ਬਚਨ ਹੈ।
ਬਿਨਾ ਜਪ ਜਾਪ ਪੜੇ ਜੋ ਵਹਿ ਪ੍ਰਸਾਦ, ਸੋ ਬਿਸ਼ਟਾ ਕਾ ਕਿਰਮ ਹੋਏ ਜਨਮ ਗਵਾਵੈ ਬਾਦ। ਭਾਵ ਜੋ ਨਿਤਨੇਮ ਤੋਂ ਬਿਨਾ ਭੋਜਨ ਛਕਦਾ ਹੈ ਉਹ ਆਪਣਾ ਜਨਮ ਅਜਾਈਂ ਗਵਾ ਲੈਂਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਵਾਸਤੇ ਨਿਤਨੇਮ ਭੋਜਨ ਖਾਣ ਤੋਂ ਵੀ ਵੱਧ ਜ਼ਰੂਰੀ ਹੈ। ਤਾਂ ਤੇ ਨਿਤਨੇਮ ਅਤੇ ਅਰਦਾਸ ਕਰਕੇ ਹੀ ਭੋਜਨ ਛਕਣਾ ਚਾਹੀਦਾ ਹੈ। ਨਿਤਨੇਮ ਕਰਦੇ ਹੋਏ ਗੱਲਾਂ ਕਰ ਸਕਦੇ ਹਾਂ ਕਿ ਨਹੀਂ? ਨਿਤਨੇਮ ਦੀ ਬਾਣੀ ਦਾ ਪਾਠ ਕਰਦਿਆਂ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਸ ਵੇਲੇ ਕੋਈ ਕੰਮ ਕਰਨਾ ਚਾਹੀਦਾ ਹੈ। ਪੂਰੀ ਤਰ੍ਹਾਂ ਇਕਾਂਤ ਦੇਸ ਹੋ ਕੇ ਪੂਰਾ ਧਿਆਨ ਟਿਕਾ ਕੇ ਨਿਤਨੇਮ ਕਰਨਾ ਚਾਹੀਦਾ ਹੈ। ਜੇਕਰ ਬਹੁਤ ਜ਼ਰੂਰੀ ਗੱਲ ਆ ਪਵੇ ਅਤੇ ਗੱਲ ਕਰਨੀ ਪੈ ਜਾਵੇ ਤਾਂ ਦੁਬਾਰਾ ਪਾਠ ਸ਼ੁਰੂ ਕਰ ਲੈਣਾ ਚਾਹੀਦਾ ਹੈ। ਇਸ ਬਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜੀਵਨ ਵਿੱਚੋਂ ਜੇਲ੍ਹ ਚਿੱਠੀਆਂ ਦੀ ਕਿਤਾਬ ਦੇ ਹਵਾਲੇ ਨਾਲ ਸੇਧ ਮਿਲਦੀ ਹੈ ਕਿ ਇੱਕ ਵਾਰੀ ਉਹਨਾਂ ਦੇ ਅਫਸਰ ਨੇ ਸ਼ਾਮ ਦੇ ਵਕਤ ਜਦੋਂ ਉਹ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ ਤਾਂ ਉਹਨਾਂ ਨੂੰ ਆ ਕੇ ਕੁਝ ਕਿਹਾ, ਪਰ ਭਾਈ ਸਾਹਿਬ ਅੱਗੋਂ ਬਿਲਕੁਲ ਨਹੀਂ ਬੋਲੇ। ਅਫਸਰ ਬੋਲ ਬਾਲ ਕੇ ਚਲਾ ਗਿਆ, ਪਰ ਭਾਈ ਸਾਹਿਬ ਰਹਿਰਾਸ ਸਾਹਿਬ ਦੇ ਪਾਠ ਵਿੱਚ ਮਗਨ ਰਹੇ। ਸੋ ਨਿਤਨੇਮ ਕਰਦੇ ਹੋਏ ਗੱਲਬਾਤ ਨਹੀਂ ਕਰਨੀ ਚਾਹੀਦੀ, ਧਿਆਨ ਟਿਕਾ ਕੇ ਬਸ ਨਿਤਨੇਮ ਹੀ ਕਰਨਾ ਚਾਹੀਦਾ ਹੈ। ਨਿਤਨੇਮ ਟੇਪ ਜਾਂ ਰਿਕਾਰਡਿੰਗ ਲਾ ਕੇ ਸੁਣ ਸਕਦੇ ਹਾਂ ਕਿ ਨਹੀਂ? ਪਿਛਲੇ ਜ਼ਮਾਨੇ ਵਿੱਚ ਅਨਪੜ੍ਹ ਸਿੱਖ ਕਿਸੇ ਗੁਰਸਿੱਖ ਪਾਸੋਂ ਨਿਤਨੇਮ ਸੁਣ ਲੈਂਦੇ ਸਨ ਜੋ ਕਿ ਉਹਨਾਂ ਦੀ ਮਜਬੂਰੀ ਸੀ, ਪਰ ਅੱਜ ਕੱਲ੍ਹ ਚੰਗੇ ਭਲੇ ਪੜ੍ਹੇ ਲਿਖੇ ਲੋਕ ਆਲਸ ਦੇ ਮਾਰੇ ਹੋਏ ਨਿਤਨੇਮ ਆਪ ਕਰਨ ਦੀ ਬਜਾਏ ਟੇਪ ਲਾ ਕੇ ਸੁਣਦੇ ਹਨ। ਸੁਣਦੇ ਵੀ ਕੀ ਹਨ, ਉਹ ਨਾਲ ਦੀ ਨਾਲ ਹੋਰ ਕੰਮ ਵੀ ਕਰੀ ਜਾਂਦੇ ਨੇ, ਜਿਵੇਂ ਕਿ ਤਿਆਰ ਹੋਈ ਜਾਂਦੇ ਹਨ ਜਾਂ ਗੱਡੀ ਚਲਾਈ ਜਾਂਦੇ ਹਨ ਜਾਂ ਰਸੋਈ ਵਿੱਚ ਕੰਮ ਕਰੀ ਜਾਂਦੇ ਨੇ। ਇਸ ਤਰ੍ਹਾਂ ਦਾ ਨਿਤਨੇਮ ਕੀਤਾ ਹੋਇਆ ਬਾਹਲਾ ਫਲਦਾਇਕ ਨਹੀਂ ਹੁੰਦਾ। ਨਿਤਨੇਮ ਤਾਂ ਖੁਦ ਉਦਮ ਧਾਰ ਕੇ ਆਪ ਕਰਨਾ ਚਾਹੀਦਾ ਹੈ। ਜੇਕਰ ਕਿਸੇ ਦੀ ਪੰਜਾਬੀ ਠੀਕ ਨਾ ਹੋਵੇ ਤਾਂ ਉਸ ਨੂੰ ਥੋੜ੍ਹਾ ਉਦਮ ਧਾਰ ਕੇ ਪੰਜਾਬੀ ਸਿੱਖ ਕੇ ਖੁਦ ਆਪ ਨਿਤਨੇਮ ਕਰਨਾ ਚਾਹੀਦਾ ਹੈ। ਇਹ ਗੱਲ ਜਾਇਜ਼ ਨਹੀਂ ਕਿ ਅੰਮ੍ਰਿਤ ਛਕੇ ਨੂੰ ਕਈ ਸਾਲ ਹੋ ਗਏ ਹੋਣ ਤਾਂ ਹਾਲੇ ਤੱਕ ਠੀਕ ਤਰ੍ਹਾਂ ਗੁਰਮੁਖੀ ਪੜ੍ਹਨੀ ਨਾ ਆਉਂਦੀ ਹੋਵੇ। ਇਹ ਤਾਂ ਸਿੱਧਾ ਆਲਸਪੁਣਾ ਹੈ। ਸੰਗਤੀ ਨਿਤਨੇਮ ਕਿਵੇਂ ਕੀਤਾ ਜਾਵੇ? ਸੰਗਤ ਵਿੱਚ ਨਿਤਨੇਮ ਜਾਂ ਹੋਰ ਕੋਈ ਵੀ ਪਾਠ ਕਰਨਾ ਬਹੁਤ ਗੁਣਕਾਰੀ ਹੈ, ਪਰ ਸ਼ਰਤ ਇਹ ਹੈ ਕਿ ਸਾਰੀ ਸੰਗਤ ਰਲ ਮਿਲ ਕੇ ਪਾਠ ਕਰੇ, ਨਾ ਕਿ ਇੱਕ ਪਾਠ ਕਰਨ ਵਾਲਾ ਹੋਵੇ ਅਤੇ ਬਾਕੀ ਸੁਣਦੇ ਹੋਣ। ਸਭ ਤੋਂ ਬਿਹਤਰ ਗੱਲ ਤਾਂ ਇਹ ਹੈ ਕਿ ਇੱਕ ਜਾਂ ਦੋ ਪੰਕਤੀਆਂ ਬੋਲੀਆਂ ਜਾਣ। ਇੱਕ ਗੁਰਸਿੱਖ ਇੱਕ ਪੰਕਤੀ ਬੋਲੇ ਅਤੇ ਅਗਲੀ ਪੰਕਤੀ ਸਾਰੀ ਸੰਗਤ ਰਲ ਕੇ ਬੋਲੇ, ਜਾਂ ਇੱਕ ਗੁਰਸਿੱਖ 2 ਪੰਕਤੀਆਂ ਬੋਲੇ ਅਤੇ ਅਗਲੀਆਂ 2 ਪੰਕਤੀਆਂ ਸੰਗਤ ਬੋਲੇ। ਇਸ ਤਰ੍ਹਾਂ ਕਰਨ ਨਾਲ ਬਹੁਤ ਆਨੰਦ ਆਉਂਦਾ ਹੈ। ਨਿਤਨੇਮ ਬੋਲ ਕੇ ਕਰਨਾ ਚਾਹੀਦਾ ਹੈ ਕਿ ਸੁਰਤੀ ਵਿੱਚ? ਉੱਤਮ ਗੱਲ ਤਾਂ ਇਹੋ ਹੈ ਕਿ ਨਿਤਨੇਮ ਬੈਖਰੀ ਬਾਣੀ ਨਾਲ ਕੀਤਾ ਜਾਵੇ, ਭਾਵ ਰਸਨਾ ਨਾਲ ਬੋਲ ਕੇ ਕੀਤਾ ਜਾਵੇ। ਪਰ ਜੇਕਰ ਬਿਨਾਂ ਬੋਲੇ ਮਨ ਵਿੱਚ ਕਰਨ ਨੂੰ ਬਹੁਤ ਦਿਲ ਕਰਦਾ ਹੋਵੇ ਤਾਂ ਖਿਆਲ ਰਹੇ ਕਿ ਕੋਈ ਪੰਕਤੀ ਜਾਂ ਸ਼ਬਦ ਛੁੱਟ ਨਾ ਜਾਵੇ ਅਤੇ ਧਿਆਨ ਪਾਠ ਵਿੱਚ ਹੀ ਰਹੇ। ਇੱਕ ਗੱਲ ਤਾਂ ਪੱਕੀ ਹੈ ਕਿ ਭਾਵੇਂ ਬੋਲ ਕੇ ਕਰੋ ਭਾਵੇਂ ਮਨ ਵਿੱਚ ਕਰੋ, ਸੁਰਤੀ ਜਾਂ ਧਿਆਨ ਲਾਉਣਾ ਐਨ ਜ਼ਰੂਰੀ ਹੈ। ਧਿਆਨ ਦੀ ਨਿਸ਼ਾਨੀ ਇਹ ਹੈ ਕਿ ਆਪਣਾ ਕੀਤਾ ਹੋਇਆ ਪਾਠ ਆਪ ਹੀ ਸੁਣਨਾ ਅਤੇ ਸਮਝਣਾ ਹੁੰਦਾ ਹੈ। ਜੇਕਰ ਪਾਠ ਕਰਨ ਵੇਲੇ ਧਿਆਨ ਜਾਂ ਸੁਰਤੀ ਪਾਠ ਵਿੱਚ ਨਾ ਹੋਵੇ ਅਤੇ ਕੇਵਲ ਮਕੈਨੀਕਲ ਪਾਠ ਹੋਵੇ ਅਤੇ ਫਰਜ਼ ਸਮਝ ਕੇ ਹੀ ਕੀਤਾ ਹੋਵੇ ਤਾਂ ਫਲ ਬਹੁਤ ਘੱਟ ਮਿਲਦਾ ਹੈ। ਨਿਤਨੇਮ ਦਾ ਪਾਠ ਤਾਂ ਉਹ ਸਫਲ ਹੈ ਕਿ ਇਕੱਲੀ ਪੰਕਤੀ ਅਤੇ ਸ਼ਬਦ ਸੁਣਿਆ ਹੋਵੇ। ਮਨ ਵਿੱਚ ਕੋਈ ਵੀ ਫੁਰਨਾ ਨਹੀਂ ਆਉਣ ਦੇਣਾ ਚਾਹੀਦਾ। ਮਨ ਦੇ ਦਰਵਾਜ਼ੇ ਤੇ ਸਾਵਧਾਨਤਾ ਦੀ ਕਿਰਪਾਨ ਲੈ ਕੇ ਖੜਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਬਾਹਰੀ ਆਲੂਦੇ ਖਿਆਲ ਨੂੰ ਅੰਦਰ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਕੀ ਪਦਛੇਦ ਤੋਂ ਪਾਠ ਕਰ ਸਕਦੇ ਹਾਂ ਕਿ ਲੜੀਵਾਰ ਬਾਣੀ ਤੋਂ ਹੀ ਪਾਠ ਕਰਨਾ ਚਾਹੀਦਾ ਹੈ? ਗੁਰਬਾਣੀ ਦਾ ਪਾਠ ਭਾਵੇਂ ਉਹ ਨਿਤਨੇਮ ਹੈ ਜਾਂ ਨਹੀਂ, ਕੇਵਲ ਲੜੀਵਾਰ ਰੂਪ ਵਿੱਚ ਲਿਖੀ ਹੋਈ ਬਾਣੀ ਤੋਂ ਹੀ ਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਲੜੀਵਾਰ ਰੂਪ ਵਿੱਚ ਹੀ ਲਿਖਵਾਈ ਸੀ ਅਤੇ ਸਾਡਾ ਸਚਿਆਰ ਅਤੇ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਇਹ ਫਰਜ਼ ਹੈ ਕਿ ਗੁਰੂ ਜੀ ਨੇ ਜਿਸ ਰੂਪ ਵਿੱਚ ਬਾਣੀ ਲਿਖਵਾਈ ਸੀ ਉਸੇ ਰੂਪ ਤੋਂ ਹੀ ਪਾਠ ਕਰਨਾ ਚਾਹੀਦਾ ਹੈ। ਬਾਣੀ ਦਾ ਪਦਛੇਦ ਰੂਪ ਇਨਸਾਨ ਨੇ ਕੀਤਾ ਹੈ ਅਤੇ ਗੁਰੂ ਜੀ ਦੇ ਉਲਟ ਜਾ ਕੇ ਕੀਤਾ ਹੈ। ਇਸ ਕਰਕੇ ਕਦੇ ਵੀ ਪਦਛੇਦ ਤੋਂ ਨਿਤਨੇਮ ਜਾਂ ਹੋਰ ਪਾਠ ਨਹੀਂ ਕਰਨਾ ਚਾਹੀਦਾ। ਗੁਰਬਾਣੀ ਦਾ ਵਿਚਾਰ ਕਰਨ ਲਈ ਤਾਂ ਪਦਛੇਦ ਕਰਨਾ ਪੈਂਦਾ ਹੈ, ਪਰ ਪਾਠ ਕੇਵਲ ਲੜੀਵਾਰ ਗੁਰਬਾਣੀ ਤੋਂ ਹੀ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਪਾਠ ਨਾ ਕਰਨਾ ਆਉਂਦਾ ਹੋਵੇ ਤਾਂ ਉਹ ਗੁਰਸਿੱਖਾਂ ਪਾਸੋਂ ਸੰਥਿਆ ਲੈ ਕੇ ਪਾਠ ਸਿੱਖ ਲਵੇ। ਬਹੁਤ ਹੀ ਛੇਤੀ ਥੋੜਾ ਹੀ ਉਦਮ ਕਰਕੇ
ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਆ ਜਾਂਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੇ ਗੁਰਸਿੱਖ ਨਿਤਨੇਮ ਦੀ ਰਹਿਤ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਆਪਣਾ ਜਨਮ ਸਫਲ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।